ਚਰਿੱਤਰ ਕੀ ਹੁੰਦਾ ਹੈ? ਆਚਾਰ, ਕਰੈਕਟਰ, ਹਾਲ, ਵਿਰਤਾਂਤ, ਬੰਦੇ ਦਾ ਆਚਰਣ। ਪਾਖਿਆਨ ਸੰਸਕ੍ਰਿਤ ਦਾ ਲਫ਼ਜ਼ ਹੈ ਉਪਾਖਿਆਨ। ਕਥਾ ਨੂੰ, ਕਹਾਣੀ ਨੂੰ ਕਹਿੰਦੇ ਨੇ, ਕਥਾ ਦੇ ਪ੍ਰਸੰਗ ਨੂੰ ਕਹਿੰਦੇ ਨੇ। ਕੋਈ ਸਮਝਾਉਣ ਲਈ ਜੋ ਕਹਾਣੀ ਸੁਣਾਈ ਜਾਂਦੀ ਹੈ ਉਸ ਨੂੰ ਉਪਾਖਿਆਨ ਕਹਿ ਦਿੰਦੇ ਨੇ। ਹੁਣ ਇੱਕ ਦਸਮ ਗ੍ਰੰਥ ਦਾ ਭਾਗ ਹੈ ਜਿਸ ਨੂੰ ਚਰਿੱਤਰੋਪਖਿਆਨ ਕਹਿੰਦੇ ਹਾਂ। ਇਹ ਇਸਤਰੀ ਅਤੇ ਪੁਰਸ਼ ਦੀ ਕਾਮ ਵਾਸ਼ਨਾ ਬਾਬਤ ਚਾਨਣਾ ਪਾਉਂਦਾ ਹੈ। ਕਿਵੇਂ ਕਾਮ ਵਾਸ਼ਨਾ ਵਿੱਚ ਇਸਤਰੀ ਅਤੇ ਪੁਰਸ਼ ਅੰਨੇ ਹੋ ਕੇ ਛਲ ਕਪਟ ਭਰਿਆ ਜੀਵਨ ਬਤੀਤ ਕਰਦੇ ਨੇ। ਸੋ ਐਸੀਆਂ ਕਥਾ ਕਹਾਣੀਆਂ ਪ੍ਰਸੰਗ ਨੇ ਉੱਥੇ। ਚਰਿੱਤਰਵਾਨ ਅਤੇ ਚਰਿੱਤਰਹੀਣ ਦੋਵੇਂ ਪੱਖ ਨੇ ਇਸਤਰੀ ਅਤੇ ਪੁਰਸ਼ ਦੇ। ਤੇ ਕਿਵੇਂ ਕਾਮ ਵਾਸ਼ਨਾ ਦੀ ਨਦੀ ਵਿੱਚ ਚਰਿੱਤਰਹੀਨ ਮਰਦ ਅਤੇ ਔਰਤਾਂ ਵਹਿ ਜਾਂਦੇ ਨੇ। ਜੀਵਨ ਉਹਨਾਂ ਦਾ ਗਰਕ ਹੁੰਦਾ ਹੈ, ਉਹਨਾਂ ਦਾ ਖੁਰਾ ਖੋਜ ਮਿਟਦਾ ਹੈ। ਕੁਝ ਐਸਾ ਜ਼ਿਕਰ ਹੈ ਉਹਨਾਂ ਕਹਾਣੀਆਂ ਦੇ ਵਿੱਚ ਜਿੱਥੇ ਅਖੀਰ ਤੇ ਚੌਪਈ ਸਾਹਿਬ ਰੱਖੀ ਹੈ ਵੀ ਵਿਕਾਰਾਂ ਤੋਂ ਰੱਖਿਆ ਹੋ ਸਕੇ ਚੌਪਈ ਪੜ੍ਹਿਆ ਕਰ, ਬੇਨਤੀ ਕਰਿਆ ਕਰ। ਇਹਨਾਂ ਕਹਾਣੀਆਂ ਦੇ ਵਿੱਚ ਕਈ ਐਸੇ ਕਿੱਸੇ ਨੇ ਜਿੱਥੇ ਇਸਤਰੀ ਦੀ ਪਤੀ ਭਗਤੀ, ਪ੍ਰੇਮਾ ਭਗਤੀ, ਕੁਰਬਾਨੀ, ਸੂਰਬੀਰਤਾ, ਬਹਾਦਰੀ ਨੂੰ ਵੀ ਚਿਤਰਿਆ ਗਿਆ ਹੈ, ਦਰਸਾਇਆ ਗਿਆ ਹੈ। ਸੋ ਜਿੱਥੇ ਇੱਕ ਸੁਹਾਗਵੰਤੀ ਦਾ ਜ਼ਿਕਰ ਹੈ ਉੱਥੇ ਵੇਸਵਾ ਦਾ ਵੀ ਜ਼ਿਕਰ ਹੈ। ਜਿਹੜੇ ਕਹਿ ਦਿੰਦੇ ਨਾ ਜੀ ਚਰਿੱਤਰਾਂ ਦੇ ਵਿੱਚ ਇਸਤਰੀ ਨੂੰ ਬੁਰਾ ਕਿਹਾ, ਨਹੀਂ, ਵੇਸਵਾ ਨੂੰ ਵੇਸਵਾ ਕਿਹਾ, ਸੁਚੱਜੀ ਨੂੰ ਸੁਚੱਜੀ ਕਿਹਾ, ਕੁਚੱਜੀ ਨੂੰ ਕੁਚੱਜੀ ਕਿਹਾ ਹੈ। ਹੁਣ ਇੱਕ ਕੋਠੇ ਤੇ ਬੈਠੀ ਵੇਸਵਾ ਦੇ ਨਾਲ ਮਾਤਾ ਦਾ ਕੰਪੈਰੀਜ਼ਨ ਨਹੀਂ ਹੋ ਸਕਦਾ ਜਿਹੜੀ ਪਤੀਵਰਤਾ ਘਰ ਵਿੱਚ ਬੈਠੀ ਹੈ। ਵੇਸਵਾ ਨੂੰ ਵੇਸਵਾ ਹੀ ਕਿਹਾ ਜਾਵੇਗਾ। ਪਤੀਵਰਤਾ ਔਰਤ ਨੂੰ, ਸੁਹਾਗਣ ਨੂੰ, ਜੋ ਉੱਚੇ ਆਚਰਣ ਵਾਲੀ ਹੈ, ਸ਼ੁੱਧ ਕਰੈਕਟਰ ਵਾਲੀ ਹੈ, ਉਹਦਾ ਅਦਬ ਹੀ ਹੋਵੇਗਾ। ਕਿਸੇ ਕਾਮੀ ਮਨੁੱਖ ਨੂੰ ਬੁਰਾ ਹੀ ਕਿਹਾ ਜਾਵੇਗਾ। ਤੇ ਜਿਹੜਾ ਜਤ ਸਤ ਵਿੱਚ ਪਰਪੱਕ ਮਰਦ ਹੈ ਉਹਦਾ ਅਦਬ ਹੀ ਹੋਵੇਗਾ, ਸਤਿਕਾਰ ਹੀ ਹੋਵੇਗਾ। ਉੱਥੇ ਸੋ ਦੋ ਪੱਖ ਦੇ ਚਰਿੱਤਰ ਨੇ, ਇਸਤਰੀਆਂ ਤੇ ਮਰਦਾਂ ਦੇ। ਕੁਝ ਚਰਿੱਤਰਵਾਨ ਲੋਕ ਹੋਏ ਨੇ ਜਿਨ੍ਹਾਂ ਦੀ ਵਡਿਆਈ ਹੈ, ਕੁਝ ਚਰਿੱਤਰਹੀਣ ਹੋਏ ਨੇ ਜੋ ਗਰਕ ਗਏ। ਉਹਦੀ ਇੱਕ ਭੂਮਿਕਾ ਹੈ। ਇਹ ਚਰਿੱਤਰ ਕਿਉਂ ਉਚਾਰੇ ਜਾ ਰਹੇ ਨੇ? ਮਹਾਰਾਜ ਕਹਿੰਦੇ ਨੇ ਵੀ ਇੱਕ ਰਾਜਾ ਚਿੱਤਰ ਸਿੰਘ ਹੈ। ਉਹ ਇੱਕ ਅਪਸਰਾ ਦੇ ਰੂਪ ਤੇ ਮੋਹਿਤ ਹੁੰਦਾ ਹੈ। ਉਹਦਾ ਸੁੰਦਰ ਰੂਪ ਵੇਖ ਕੇ ਅਪਸਰਾ ਮੋਹਿਤ ਹੁੰਦੀ ਹੈ। ਵਿਆਹ ਹੁੰਦਾ ਹੈ, ਇੱਕ ਬੱਚਾ ਪੈਦਾ ਹੁੰਦਾ ਹੈ ਜਿਹਦਾ ਨਾਂ ਹਨੂੰਵੰਤ ਸਿੰਘ ਹੈ। ਬੜਾ ਸੁੰਦਰ ਹੈ ਉਹ। ਹੁਣ ਰਾਜਿਆਂ ਦਾ ਸੁਭਾਅ ਹੈ, ਇੱਕ ਇਸਤਰੀ ਦੇ ਪੱਖ ਵਿੱਚ ਉਹ ਜਤ ਸਤ ਕਾਇਮ ਨਹੀਂ ਰੱਖਦੇ, ਕਈ ਵਿਆਹ ਕਰ ਲੈਂਦੇ ਨੇ। ਉਹ ਰਾਜੇ ਨੇ ਨਵਾਂ ਵਿਆਹ ਕਰਾਇਆ, ਰਾਣੀ ਚਿੱਤਰਮਤੀ ਵਿਆਹ ਕੇ ਲਿਆਇਆ। ਰਾਜਾ ਬਜ਼ੁਰਗ ਸੀ। ਰਾਜੇ ਦੇ ਲਖਤੇ ਜਿਗਰ ਹਨੂੰਵੰਤ ਸਿੰਘ ਤੇ ਉਹਦਾ ਮਨ ਆ ਗਿਆ। ਉਹ ਹਨੂੰਵੰਤ ਸਿੰਘ ਨੂੰ ਚਿੱਤਰਮਤੀ ਕਹਿੰਦੀ ਮੇਰਾ ਸੰਗ ਕਰ। ਉਹ ਕਹਿੰਦਾ ਨਹੀਂ, ਤੂੰ ਧਰਮ ਦੀ ਮਾਤਾ ਹੈ, ਚਾਹੇ ਤੂੰ ਮਤਰੇਈ ਹੈ, ਤੂੰ ਮੇਰੇ ਧਰਮ ਦੀ ਮਾਤਾ ਹੈ, ਮੈਂ ਇਹ ਗੁਨਾਹ ਨਹੀਂ ਕਰ ਸਕਦਾ। ਗੁੱਸਾ ਖਾ ਕੇ ਉਹ ਆਪਣੇ ਸਿਰ ਦੇ ਸਾਈਂ ਨੂੰ, ਰਾਜਾ ਚਿੱਤਰ ਸਿੰਘ ਨੂੰ ਸ਼ਿਕਾਇਤ ਕਰਦੀ ਹੈ ਵੀ ਤੇਰਾ ਬੱਚਾ ਮੇਰੀ ਪੱਤ ਲੁੱਟਣ ਪਿਆ ਹੈ। ਉਹ ਗੁੱਸੇ ਵਿੱਚ ਆ ਕੇ ਮੌਤ ਦਾ ਫੁਰਮਾਨ ਜਾਰੀ ਕਰਦਾ ਹੈ। ਹੁਣ ਮੌਤ ਦੇ ਘਾਟ ਉਤਾਰਨ ਲੱਗਦੇ ਨੇ ਹਨੂੰਵੰਤ ਸਿੰਘ ਨੂੰ, ਤੇ ਰਾਜੇ ਦਾ ਵਜ਼ੀਰ ਫਿਰ ਉੱਥੇ ਰਾਜੇ ਨੂੰ ਸਮਝਾਉਂਦਾ ਹੈ ਵੀ ਰਾਜਾ ਕ੍ਰੋਧ ਵਿੱਚ ਅੰਧਾ ਨਾ ਹੋ, ਇਸਤਰੀ ਦੇ ਕਾਮ ਵਿੱਚ ਅੰਧਾ ਨਾ ਹੋ। ਇਹ ਇਸਤਰੀਆਂ ਮਰਦਾਂ ਦੇ ਕੁਝ ਐਸੇ ਚਰਿੱਤਰ ਨੇ। ਕਾਮ ਵਾਸ਼ਨਾ ਵਿੱਚ ਬੰਦਾ ਕਈ ਗਲਤ ਕਦਮ ਚੁੱਕ ਬੈਠਦਾ ਹੈ, ਅਨਰਥ ਕਰ ਬੈਠਦਾ ਹੈ। ਤੈਨੂੰ ਮੈਂ ਕਪਟ ਭਰੇ ਜੀਵਨ ਦੇ ਕੁਝ ਚਰਿੱਤਰ ਸੁਣਾਉਂਦਾ ਹਾਂ, ਕੁਝ ਚੰਗੇ ਵਾਕ ਤੇਰੇ ਨਾਲ ਸਾਂਝੇ ਕਰਦਾ ਹਾਂ, ਕੁਝ ਚਰਿੱਤਰਵਾਨ ਲੋਕਾਂ ਦੀਆਂ ਬਾਤਾਂ ਪਾਉਂਦਾ ਹਾਂ, ਕੁਝ ਚਰਿੱਤਰਹੀਣ ਲੋਕਾਂ ਦੀਆਂ ਬਾਤਾਂ ਪਾਉਂਦਾ ਹਾਂ। ਸੋ ਇਹ ਕਹਾਣੀਆਂ ਸੁਣਾ ਕੇ ਉਹ ਯਤਨ ਕਰਦਾ ਹੈ ਵੀ ਰਾਜਕੁਮਾਰ ਦੀ ਜਾਨ ਬਚ ਜਾਵੇ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਲਿਖਦੇ ਨੇ ਮੰਤਰੀ ਭੂਪ ਸੰਵਾਦ। ਆਪ ਥਰਡ ਪਰਸਨ ਨੇ ਲਿਖਣ ਵਾਲੇ,
ਤੇ ਮੰਤਰੀ ਆਪਣੇ ਭੂਪਤ ਨੂੰ ਕੁਝ ਗੱਲਾਂ ਕਹਿੰਦਾ ਹੈ ਵੀ ਕਾਮ ਕਿਸ ਤਰ੍ਹਾਂ ਵਾਰ ਕਰਦਾ ਹੈ, ਵਾਸ਼ਨਾ ਕਿਸ ਤਰ੍ਹਾਂ ਵਾਰ ਕਰਦੀ ਹੈ, ਬਚਣਾ ਕਿਸ ਤਰ੍ਹਾਂ ਹੈ। ਹੁਣ ਤੁਸੀਂ ਆਖੋਗੇ ਇਹ ਮੰਤਰੀ ਤੇ ਭੂਪ ਦੀਆਂ ਬਾਤਾਂ ਨੇ, ਅਸੀਂ ਕਿਉਂ ਪੜ੍ਹੀਏ, ਸਾਨੂੰ ਇਹਦੇ ਤੋਂ ਕੀ ਸਿੱਖਿਆ ਮਿਲਦੀ ਹੈ, ਕਿਉਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੇ ਲਈ ਇਹ ਲਿਖਿਆ ਹੈ, ਕਿਉਂ ਅਖੀਰ ਤੇ ਚਰਿਤਰਾਂ ਦੇ ਚੌਪਈ ਸਾਹਿਬ ਰੱਖੀ ਹੈ। ਧਿਆਨ ਦਿਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਪਰਮੇਸ਼ਰ ਤੇਰੇ ਮਾਤਾ ਪਿਤਾ ਨੇ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਗੁਰੂ ਸਾਡੇ ਮਾਤਾ ਪਿਤਾ ਨੇ, ਜੀਵਨ ਜਾਚ ਦੱਸਦੇ ਨੇ, ਜੀਵਨ ਬਤੀਤ ਕਿਵੇਂ ਕਰਨਾ ਹੈ, ਕਿਹੜੇ ਕਦਮ ਗਲਤ ਨੇ ਜੋ ਨਹੀਂ ਪੁੱਟਣੇ, ਕਿਹੜੇ ਸਹੀ ਨੇ ਜੋ ਪੁੱਟਣੇ ਨੇ, ਅਕਾਲ ਪੁਰਖ ਤੱਕ ਪਹੁੰਚ ਕੇ ਜੀਵਨ ਕਿਵੇਂ ਸਫਲਾ ਕਰਨਾ ਹੈ, ਗੁਰੂ ਦੱਸਦਾ ਹੈ। ਹੁਣ ਹੁੰਦਾ ਕੀ ਹੈ, ਮਾਤਾ ਪਿਤਾ ਵਾਂਗ ਪ੍ਰਤਪਾਲਣਾ ਕਰਦਾ ਹੈ ਗੁਰੂ, ਫਿਰ ਅਸੀਂ ਕਈ ਵਾਰ ਗਲਤ ਤੁਰ ਪੈਂਦੇ ਹਾਂ, ਕਦਮ ਗਲਤ ਪੁੱਟਦੇ ਹਾਂ, ਸਾਨੂੰ ਟੋਕਦਾ ਵੀ ਹੈ ਬਾਣੀ ਰਾਹੀਂ, ਸਮਝਾਉਂਦਾ ਵੀ ਹੈ ਸਿੱਧੇ ਰਸਤੇ ਚੱਲੋ। ਹਮ ਬਾਰਕ ਮੁਗਧ ਅਯਾਨ ਪਿਤਾ ਸਮਝਾਵਾਂਗੇ, ਅਸੀਂ ਅਯਾਨ ਬਾਲਕਾਂ, ਭੁੱਲਣਹਾਰ ਬਾਲਕਾਂ, ਸੁਤ ਖਿਨ ਖਿਨ ਭੂਲ ਬਿਗਾਰ ਜਗਤ ਪਿਤ ਭਾਵੈਂਗੇ। ਹਰ ਪਲ ਅਸੀਂ ਗਲਤੀਆਂ ਕਰਦੇ ਤੇ ਪਿਤਾ ਗਲੇ ਨਾਲ ਲਾ ਕੇ ਸਾਨੂੰ ਸਮਝਾਉਂਦਾ ਏ। ਜਿਵੇਂ ਮਾਤਾ ਪਿਤਾ ਜ਼ਿੰਦਗੀ ਦੇ ਵਿੱਚ ਬਚੜੇ ਨੂੰ ਕਾਮਯਾਬ ਕਰਨ ਦੇ ਲਈ ਸ਼ੁਭ ਸਿੱਖਿਆ ਦਿੰਦੇ ਨੇ, ਇਸੇ ਤਰ੍ਹਾਂ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ। ਦੇਖੋ, ਖਤਰਿਆਂ ਤੋਂ ਸੁਚੇਤ ਕਰਨਾ ਮਾਂ ਬਾਪ ਦਾ ਇਹ ਫਰਜ਼ ਹੁੰਦਾ ਹੈ। ਇਸ ਮੋੜ ਤੇ ਇਹ ਖਤਰਾ ਹੈ, ਉਸ ਮੋੜ ਤੇ ਉਹ ਖਤਰਾ ਹੈ, ਮਾਪੇ ਸਮਝਾਉਂਦੇ ਨੇ। ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਖਤਰਾ ਇਨਸਾਨ ਨੂੰ ਮਾਇਆ ਦਾ ਹੈ। ਮਾਇਆ ਦਾ ਭਾਵ ਕੀ ਹੁੰਦਾ ਹੈ? ਉਹ ਵਸਤੂ ਜਿਹਦੇ ਕਾਰਨ ਤੇਰੇ ਅਤੇ ਪਰਮਾਤਮਾ ਦੇ ਦਰਮਿਆਨ ਦਰਾਰ ਪੈਦਾ ਹੋ ਜਾਵੇ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਹੁਣ ਪਰਮਾਤਮਾ ਨੇ ਪਰਿਵਾਰ ਦਿੱਤਾ, ਇਸਤਰੀ ਦਿੱਤੀ, ਬੱਚੇ ਦਿੱਤੇ, ਪੈਸਾ ਦਿੱਤਾ, ਜੀਵਨ ਬਤੀਤ ਕਰੇ, ਸੁਖਾਲਾ ਜੀਵਨ ਲੰਘੇ। ਤੂੰ ਕੀ ਕੀਤਾ? ਜਿਸ ਪਰਮਾਤਮਾ ਨੇ ਘਰ ਵਾਲੀ ਦਿੱਤੀ ਸੀ ਨਾ, ਘਰ ਵਾਲੀ ਕੋ ਤੇ ਘੰਟਿਆਂ ਬੱਧੀ ਬੈਠਾ ਰਿਹਾ, ਘਰ ਵਾਲੀ ਘਰ ਵਾਲੇ ਕੋ ਬੈਠੀ ਰਹੀ। ਜਿਸ ਪਰਮਾਤਮਾ ਨੇ ਇਹ ਦਾਤ ਦਿੱਤੀ ਉਹਨੂੰ ਯਾਦ ਹੀ ਨਾ ਕੀਤਾ, ਅਹਿਸਾਨ ਫਰਾਮੋਸ਼ ਨਿਕਲਿਆ। ਹੱਡ ਚੱਲਦੇ ਦਿੱਤੇ, ਕਦਮ ਚੱਲ ਸਕਦੇ ਨੇ, ਅੱਖਾਂ ਵੇਖ ਸਕਦੀਆਂ ਨੇ। ਜੇ ਲੰਗੇ ਲੂਲੇ ਬਣਾ ਦਿੰਦਾ ਤੁਸੀਂ ਉਹਦਾ ਫਿਰ ਵੀ ਕੁਛ ਨਹੀਂ ਸੀ ਵਿਗਾੜ ਸਕਦੇ। ਤੁਸੀਂ ਕਦੇ ਸ਼ੁਕਰੀਆ ਅਦਾ ਨਹੀਂ ਕੀਤਾ। ਸਰੀਰ ਸੁੰਦਰ ਦਿੱਤਾ, ਇਹਨੂੰ ਹੀ ਸਵਾਰਦੇ ਰਹੇ, ਬਾਣੀ ਪੜ੍ਹੀ ਨਹੀਂ, ਮਨ ਸਵਾਰਿਆ ਨਾ। ਇਹ ਸਰੀਰ ਮਾਇਆ ਦਾ ਰੂਪ ਹੋ ਗਿਆ। ਘਰ ਵਾਲੀ ਘਰ ਵਾਲਾ ਇੱਕ ਦੂਜੇ ਨੂੰ ਸਮਾਂ ਦਿੰਦੇ ਨੇ, ਪਰਮਾਤਮਾ ਦੀ ਯਾਦ ਨਾ ਆਈ, ਉਸ ਕਾਰਨ ਸਮਝ ਲਓ ਘਰ ਵਾਲਾ ਘਰ ਵਾਲੀ ਮਾਇਆ ਦਾ ਰੂਪ ਹੋ ਗਏ। ਬੱਚੇ ਪੈਦਾ ਹੋਏ, ਬੜਾ ਪ੍ਰੇਮ ਕਰਦਾ ਹੈ ਬੱਚਿਆਂ ਨੂੰ, ਕਰਨਾ ਚਾਹੀਦਾ ਹੈ। ਪਰ ਜਿਸ ਪ੍ਰਮਾਤਮਾ ਨੇ ਦਾਤ ਦਿੱਤੀ, ਗੁੱਜੀ ਸ਼ਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ, ਉਸ ਅਕਾਲ ਪੁਰਖ ਨੂੰ ਭੁੱਲ ਗਏ, ਬੱਚਿਆਂ ਦੇ ਤੇ ਵਿੱਚ ਪੈ ਗਏ। ਤੇ ਫਿਰ ਵੈਰਾਗ ਬੜਾ ਕਰਦੇ ਬੁੱਢੇ ਬਾਰੇ, ਜਦੋਂ ਬੱਚੇ ਸਾਨੂੰ ਭੁੱਲ ਕੇ ਘਰੋਂ ਕੱਢ ਦਿੰਦੇ ਨੇ ਨਾ, ਫਿਰ ਸੋਚਦੇ ਆ ਵੀ ਇਹ ਤੇ ਕੁਝ ਵੀ ਸਾਡਾ ਨਹੀਂ ਸੀ। ਹੁਣ ਪੈਸਾ ਬੜਾ ਆ ਗਿਆ, ਜਦੋਂ ਨਹੀਂ ਸੀ ਰੱਬ ਦੇ ਦਰ ਤੇ ਰੋਂਦਾ ਸੀ, ਯਾਦ ਕਰਦਾ ਸੀ, ਪੈਸਾ ਬੜਾ ਆ ਗਿਆ, ਹੁਣ ਪੈਸਿਆਂ ਵਿੱਚ ਇੰਨਾ ਮਗਨ ਹੋਇਆ ਪਰਮਾਤਮਾ ਭੁੱਲ ਗਿਆ। ਇਹ ਮਾਇਆ ਪੈਸਿਆਂ ਦੇ ਰਾਹੀਂ ਹਿਰਦੇ 'ਚ ਵਾਸ ਕਰ ਗਈ। ਸੋ ਤੁਹਾਡੇ ਤੇ ਖੁਦਾ ਦੇ ਦਰਮਿਆਨ ਜਿਹੜੀ ਵੀ ਕੰਧ ਹੈ ਉਸ ਨੂੰ ਮਾਇਆ ਕਿਹਾ ਹੈ। ਜੇ ਪਰਿਵਾਰ ਦੇ ਮਾਇਆ ਦੇ ਬੱਚਿਆਂ ਦੇ ਹੁੰਦਿਆਂ ਵੀ ਅਕਾਲ ਪੁਰਖ ਨਾ ਭੁੱਲੇ ਤੇ ਫਿਰ ਪਰਿਵਾਰ ਪੈਸਾ ਇਹ ਦਬਾਉਣ ਵਾਲੀ ਮਾਇਆ ਦਾ ਰੂਪ ਨਹੀਂ ਨੇ। ਤੇ ਜੇ ਪਰਿਵਾਰ ਪੈਸਾ ਇਹ ਸਭ ਕੁਝ ਤੁਹਾਡੇ ਤੇ ਰੱਬ ਦੇ ਦਰਮਿਆਨ ਇੱਕ ਦੀਵਾਰ ਬਣਦਾ ਹੈ ਤੇ ਸਮਝ ਲਓ ਇਹ ਸਾਰੇ ਮਾਇਆ ਦਾ ਰੂਪ ਨੇ। ਸੋ ਦੁਨੀਆ ਵਿੱਚ ਮਾਇਆ ਦੇ ਹੱਲੇ ਤੋਂ ਬਚਣਾ, ਹਮਲੇ ਤੋਂ ਬਚਣਾ, ਕਿਸ ਤਰ੍ਹਾਂ ਦੇ ਨਾਲ ਮਾਇਆ ਹਮਲੇ ਕਰਦੀ ਹੈ, ਇਹਦੇ ਬਾਬਤ ਆਪਣੇ ਲਖਤੇ ਜਿਗਰ ਬੱਚਿਆਂ ਨੂੰ ਗੁਰੂ ਸੁਚੇਤ ਕਰਦੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹਮਲੇ ਤੋਂ ਬਚਣਾ ਹੈ। ਮੋਹ ਮਾਇਆ ਵਿੱਚ ਲੱਗ ਕੇ ਪਰਮਾਤਮਾ ਦੀ ਯਾਦ ਭੁੱਲੇਗੀ। ਜੋ ਪਰਮਾਤਮਾ ਨੂੰ ਭੁੱਲਦਾ ਹੈ, ਪਰਮਾਤਮਾ ਫਿਰ ਉਸ ਤੋਂ ਦੂਰੀ ਕਰ ਲੈਂਦਾ ਹੈ। ਫਿਰ 84 ਲੱਖ ਜੂਨ ਦਾ ਗੇੜ ਪੈਂਦਾ ਹੈ। ਨਿਰੰਕਾਰ ਤੋਂ ਦੂਰੀ ਸੰਸਾਰ ਦੇ ਨੇੜੇ ਲਿਆਉਂਦੀ ਹੈ। ਫਿਰ ਸੰਸਾਰ ਵਿੱਚ ਹੀ ਰਹਿਣਾ ਪੈਂਦਾ ਹੈ। ਕਈ ਜੂਨਾਂ ਨੇ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, 184 ਜੌਨ ਪਰਮਾਇਆ। ਹੁਣ ਰੱਬ ਨੂੰ ਯਾਦ ਕਰਾਂਗੇ ਤੇ ਰੱਬ ਦੇ ਨੇੜੇ ਜਾਵਾਂਗੇ, ਪਰ ਅਸੀਂ ਯਾਦ ਨਹੀਂ ਕਰਦੇ। ਹੁਣ ਬਾਣੀ ਸਮਝਾਉਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਬਿਖੈ ਬਾਚ
हर राच समझ मन बौरा रे, निरपै होए ना हर भजे, मन बौरा रे गहियो ना राम जहाज। विखियां नूं विकारां नूं वाचना कर, किवें काम क्रोध लोभ मोह हंकार तैनूं गुलाम बना रहे ने। फूक फूक के कहंदे कदम रख, मोह माया तो बच। महाराज कहंदे ने जे मोह माया विच माया दे हथ आ गया, परमात्मा दे नाम दा जहाज छुट जाना है। पदार्थां दा मोह पैदा हो गया, संसार दा मोह पैदा हो गया, माया दा गुलाम हो गया, निरंकार विसर गया। कहंदे फिर 84 ਲੱਖ जून पवेगी, इस दुनिया ते ही भटक भटक के आउणा पवेगा, रहना पवेगा, जम्मण मरण दे सहत होना पवेगा। सो माता पिता समझाउंदे ने हर पक्ष तो। कई कह दिंदे ने ठीक है चलो काम बारे समझाउणा सी, पर कुछ शब्द बड़े अश्लील वरते ने चरित्रां दे विच। पहली गल मैं तुहानूं ये समझा देवां, अश्लीलता बंदे दे अंदर हुंदी है, शब्दां विच नहीं। हुण एक मां बच्चे नूं दुੱਧ पिआउंदी है छाती नाल ला के, जिहदा मन साफ है वह वेखेगा, और वह इस बच्चे ते मां दे प्रेम नूं वेख के ना आनंदित होवेगा भी कैसा मोह दा रिश्ता है। किस तरह मां बच्चे की परवरिश करती है, अपने लहू नूं दुੱਧ बना के बच्चे नूं पिआउंदी है। ते विकारी बंदा इत्थे भी काम वासना पैदा करेगा, मैली निगाह नाल वेखेगा। हुण एक डॉक्टर है, इस्त्री नूं वेखदा है, बच्चे का जन्म होना है, सारी वो जन्म लैण की क्रिया नूं हत्थीं अंजाम दे रहा है डॉक्टर। इस्त्री दे गुप्त अंग भी उसने वेख लए। हुण लोग इस गल नूं समझदे ने भी डॉक्टर की ये ड्यूटी है, उहदे लई एक मास दा लोथड़ा ही है। ते विकारी बंदा रौला पावेगा जी ये गलत है, गैर इस्त्री दे गुप्त अंगां नूं वेख्या है, डॉक्टर ने गुनाह कीता है। ये गल दा ख्याल रखी, डॉक्टर दे जहन च मैल नहीं सी, मैल तेरे जहन दे विच सी। लफ्ज अश्लील नहीं हुंदे, जे इन्ना ही अश्लील है ये काम दा विशा। ते मैं तैनूं ये दस दवां, इसे मूत्र धाम तो तेरा आगाज होया है, तेरा जन्म होया है। जे विशा काम दा इतना मैला है ते तू दुनिया ते की करदा है? जा किते डुब मर भाई, इत्थों ही ते पैदा होया तू, इत्थों ही ते साधु संत पैदा होए ने, कोई होर रस्ता ते है नहीं। सो इस गल का ख्याल रखियो, दुनिया दे पैदा होने का रस्ता ही मां का गर्भ है, इत्थों ही दुनिया का आगाज हुंदा है। सो क्यों मंदा आखिए जित जमै राजान। सो लफ्ज उथे वरते जिन्हां ते किंतु परंतु कीता जाता है। भाग लफ्ज है जिथों दुनिया का आगाज हुंदा है, जन्म हुंदा है बच्चे का, जिन्हों जोनी भी कहते हो। ते मर्द का गुप्त अंग है लिंग। देखो मैं सीधी गल समझा देवां, जिवें माई बाप बच्चों नूं समझाउंदे ने, गुरु हर विषय तो सानूं समझाउंदा है। हुण हुंदा की है, गुरु ग्रंथ साहिब पातशाह दे विच भी ये लफ्ज वरते गए ने जो चरित्रां दे विच ने। इन्हां तो बचना औखा है, तां महाराज ने कहा रखिया लई बेनती करो, विकार किते तैनूं ढा ना लैण। की कहना है? हमरी करो हाथ दे रशा। बाणी च एक फरमान आउंदा है, अवर मरत माया मन तोलै, तओ भगमुख जन्म विगोया। कहंदे आ इंसान तू गैर इस्त्री दे मोह विच जीवन बतीत कर लिया, चाहिदा परमात्मा दा मोह सी। गीत परमात्मा दे तैनूं गाउणे चाहिदे सन, पर तू इस्त्री दे मोह विच, इस्त्री दे प्यार दे विच, इस्त्री दे गुप्त अंगां नूं याद कर करके अपना जीवन व्यर्थ गवा लिया। पकड़ चाहिदी सी इत्थे परमात्मा दे नाम दी, तू विकारी बंदे काम वासना विच जीवन अपना खराब कर लिया, जन्म नूं व्यर्थ गवा लिया। कामी बंदे दा कहंदे जीवन व्यर्थ हुंदा है। जिवें एक विकारी बंदा इस्त्री दे मूत्र धाम बाबत सोच सोच के अपना जीवन गवा बैठदा है,
ਇਦਾਂ ਹੀ ਇਸਤਰੀ ਗੈਰ ਮਰਦ ਬਾਰੇ ਸੋਚ ਕੇ ਕਾਮੀ ਹੋਈ ਜੀਵਨ ਵਿਅਰਥ ਗਵਾ ਲੈਂਦੀ ਹੈ। ਕਹਿੰਦੇ ਸੋਚਣਾ ਹੈ, ਸਿਮਰਨਾ ਹੈ ਤੇ ਅਕਾਲ ਪੁਰਖ ਨੂੰ ਸਿਮਰ, ਤੇਰਾ ਜੀਵਨ ਸਫਲਾ ਹੋਵੇ। ਇਹ 'ਚ ਕੋਈ ਦੋ ਰਾਏ ਨਹੀਂ, ਦੁਨੀਆ 'ਚ ਇਹੀ ਕੁਝ ਚੱਲਦਾ ਹੈ। ਲੱਖ ਤੁਸੀਂ ਕਾਮ ਵਾਸ਼ਨਾ ਨੂੰ ਛਪਾਓ, ਗੁਰੂ ਨਹੀਂ ਕੋਈ ਪਰਦਾ ਰੱਖਦਾ। ਹੋਵੈ ਲਿੰਗ ਝਿੰਗ ਨਾ ਹੋਵੈ ਐਸੀ ਕਹੀਐ ਸੂਰਤ। ਹੁਣ ਲਿੰਗ ਦਾ ਜ਼ਿਕਰ ਵੀ ਬਾਣੀ ਚਾਹੁੰਦਾ ਹੈ। ਹੁਣ ਧਿਆਨ ਦਿਓ ਇਸ ਗੱਲ ਵੱਲ। ਇੱਕ ਜਗ੍ਹਾ ਗੁਰੂ ਸਾਹਿਬ ਇੱਥੋਂ ਤੱਕ ਕਹਿ ਦਿੰਦੇ, ਕੀ ਹੋਇਆ ਤੂੰ ਲੱਖਾਂ ਇਸਤਰੀਆਂ ਨਾਲ ਭੋਗ ਕੀਤਾ, ਆਪਣੀ ਇਸਤਰੀ ਨੂੰ ਛੱਡ ਕੇ ਗੈਰਾਂ ਨਾਲ ਤੂੰ ਸੰਬੰਧ ਬਣਾਏ, ਪਰ ਯਾਦ ਰੱਖੀ ਹੁਣ ਤੈਨੂੰ ਮੂਤਰ ਧਾਮ ਨਾਲ, ਭਗਦੇ ਨਾਲ ਪ੍ਰੇਮ ਹੈ, ਗੈਰ ਇਸਤਰੀ ਨਾਲ ਪ੍ਰੇਮ ਹੈ। ਵਾਰ-ਵਾਰ ਇਸੇ ਗਰਭ ਚਾਹਵੇਂਗਾ ਜਿਹਦੇ ਨਾਲ ਤੈਨੂੰ ਪ੍ਰੇਮ ਹੈ। ਨਿਰੰਕਾਰ ਨਾਲ ਪ੍ਰੇਮ ਕਰਦਾ ਤੇ ਮੁਕਤ ਹੋ ਜਾਂਦਾ। ਕਾਮ ਵਾਸ਼ਨਾ ਦੇ ਵਿੱਚ ਲੱਗਿਆ ਰਿਹਾ ਮਹਾਰਾਜ ਕਹਿੰਦੇ ਤਾਂ ਵਾਰ-ਵਾਰ ਗਰਭ ਦੇ ਵਿੱਚ ਆਉਣਾ ਹੈ। ਜੇ ਲੱਖ ਇਸਤਰੀਆਂ ਭੋਗ ਕਰ ਹੈ, ਨਵਖੰਡ ਰਾਜ ਕਮਾਵੈ ਹੈ, ਬਿਨ ਸਤਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਜੋਨੀ 'ਚ ਕਿਉਂ ਆਇਆ? ਕਿਉਂਕਿ ਜੋਨੀ ਦਾ ਹੀ ਇਸ ਨੂੰ ਮੋਹ ਸੀ, ਗੈਰ ਇਸਤਰੀਆਂ ਦਾ ਮੋਹ ਸੀ, ਇਸਤਰੀ ਨੂੰ ਗੈਰ ਮਰਦਾਂ ਦਾ ਮੋਹ ਸੀ, ਤਾਂ ਵਾਰ-ਵਾਰ ਗਰਭ ਵਿੱਚ ਆਉਣਾ ਪਿਆ। ਹੁਣ ਇਹੀ ਅਲਫਾਜ਼ ਚਰਿਤਰਾਂ ਦੇ ਵਿੱਚ ਵਰਤੇ ਨੇ ਭਾਈ ਜੀ। ਲਫ਼ਜ਼ ਅਸ਼ਲੀਲ ਨਹੀਂ ਹੁੰਦੇ, ਸੋਚ ਅਸ਼ਲੀਲ ਹੁੰਦੀ ਆ। ਮੈਂ ਇੱਕ ਉਦਾਹਰਣ ਦਵਾਂ। ਅੱਜ ਕੱਲ੍ਹ ਅਖਬਾਰਾਂ ਪੜ੍ਹੋ ਤੁਸੀਂ, ਉੱਥੇ ਕਈ ਵਾਰ ਨਾ ਕੁਝ ਇੱਦਾਂ ਦੀਆਂ ਖਬਰਾਂ ਆਉਂਦੀਆਂ ਨੇ ਵੀ ਕਾਮ ਵਾਸ਼ਨਾ ਵਿੱਚ ਗਲਤਾਨ ਹੋਏ ਇੱਕ ਨਸ਼ੇੜੀ ਬਾਪ ਨੇ ਧੀ ਦੀ ਪੱਤ ਲੁੱਟ ਲਈ। ਆਉਂਦੀਆਂ ਨਾ ਖਬਰਾਂ। ਇੱਕ ਨਸ਼ੇੜੀ ਪੁੱਤਰ ਨੇ ਮਾਂ ਦੀ ਪੱਤ ਲੁੱਟ ਲਈ, ਭਾਈ ਨੇ ਭੈਣ ਦੀ ਪੱਤ ਲੁੱਟ ਲਈ, ਮਿਤਰੇਈ ਮਾਂ ਬੱਚੇ ਦੀ ਪੱਤ ਲੁੱਟ ਗਈ। ਆਉਂਦਾ ਹੈ ਨਾ ਇਸਤਰੀ ਮਰਦ ਬਾਬਤ, ਰੋਜ਼ ਪੜ੍ਹਦੇ ਹੋ। ਲੁਕਾ ਲਓ ਲੱਖ, ਇਹਨਾਂ ਵਿਕਾਰਾਂ ਨੂੰ ਇਹ ਪ੍ਰਗਟ ਹੁੰਦੇ ਨੇ। ਹੁਣ ਇੱਕ ਖਬਰ ਆ ਗਈ। ਹੁਣ ਐਸੀਆਂ ਖਬਰਾਂ ਤੁਸੀਂ ਰੋਜ਼ ਪੜ੍ਹੀਆਂ, ਤੇ ਖਬਰਾਂ ਪੜ੍ਹਨ ਦਾ ਮਤਲਬ ਇਹ ਨਹੀਂ ਵੀ ਅਖਬਾਰ ਅਸ਼ਲੀਲ ਹੈ ਜਾਂ ਤੁਸੀਂ ਖਬਰਾਂ ਪੜ੍ਹ ਕੇ ਇੱਕ ਕਰਮ ਕਰਨਾ ਹੈ, ਨਹੀਂ। ਖਬਰ ਦਾ ਮਤਲਬ ਇਹ ਹੈ ਤੁਸੀਂ ਸੁਚੇਤ ਹੋ ਜਾਓ, ਤੁਸੀਂ ਜਾਗ ਜਾਓ ਵੀ ਇਹ ਗੁਨਾਹ ਹੈ, ਇਹ ਪਾਪ ਹੈ, ਇਹਦੀ ਸਜ਼ਾ ਮਿਲੇਗੀ। ਗੁਰੂ ਪਾਤਸ਼ਾਹ ਨੇ ਆਪਣੇ ਖਾਲਸੇ ਪੁੱਤਰ ਨੂੰ, ਧੀਆਂ ਨੂੰ ਸੁਚੇਤ ਕਰਨ ਦੇ ਲਈ ਵਿਕਾਰ ਕਿਵੇਂ ਹਮਲਾ ਕਰਦੇ ਨੇ, ਚਰਿਤਰੋ ਪਖਿਆਨ ਦੀ ਰਚਨਾ ਕੀਤੀ ਹੈ। ਇਹ ਖਬਰਾਂ ਮਨੁੱਖਤਾ ਨੂੰ ਜਗਾਉਣ ਦੇ ਲਈ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਾਮ ਵਾਸ਼ਨਾ ਦੇ ਬਾਬਤ ਮਨੁੱਖਤਾ ਨੂੰ ਸਮਝਾਉਂਦੇ ਨੇ। ਕਾਮ ਕਿਹੜੇ ਰੂਪ ਵਿੱਚ ਹਮਲਾ ਕਰਦਾ ਹੈ, ਕਿਵੇਂ ਠੱਗਦਾ ਹੈ, ਕਿਵੇਂ ਇਸ ਤੋਂ ਸੁਚੇਤ ਰਹਿਣਾ ਹੈ। ਹੁਣ ਤੁਸੀਂ ਇੱਕ ਗੱਲ ਆਖੋਗੇ, ਅੱਛਾ ਫਿਰ ਇਸਤਰੀ ਨਾਲ ਪ੍ਰੇਮ ਨਹੀਂ ਚਾਹੀਦਾ, ਮਰਦ ਨਾਲ ਪ੍ਰੇਮ ਨਹੀਂ ਚਾਹੀਦਾ। ਪਾਤਸ਼ਾਹ ਕਹਿੰਦੇ ਨਹੀਂ, ਜਿਹਦੇ ਨਾਲ ਵਿਵਾਹ ਹੋਇਆ ਹੈ ਉਹਦੇ ਨਾਲ ਪ੍ਰੇਮ ਕਰ। ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, पूत एह प्रण तोहे प्राण जब लग कट थारे, निज नारी के साथ नेहो तुम नित बडई हो, पर नारी की सेज भूल सुपने हूं ना जय हो। ਕਹਿੰਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਿਆ ਦਿੱਤੀ, ਆਪਣੀ ਘਰਵਾਲੀ ਨਾਲ ਪ੍ਰੇਮ ਕਰੋ, ਘਰਵਾਲੀ ਘਰਵਾਲੇ ਨਾਲ ਪ੍ਰੇਮ ਕਰੇ, ਗੈਰ ਦੀ ਸੇਡ ਤੇ ਨਹੀਂ ਜਾਣਾ। ਮਹਾਰਾਜ ਕੀ ਹੋਵੇਗਾ? ਕਹਿੰਦੇ ਪਰ ਨਾਰੀ ਕੇ ਭਜੇ ਸਹਿਸ ਬਾਸਵ ਭਗ ਪਾਏ। ਕਹਿੰਦੇ ਇੰਦਰ ਦਾ ਜੀਵਨ ਪੜ, ਸਹਿਸ ਭਗਾਂ ਹੋ ਗਈਆਂ, ਸ਼ਰਾਪਿਆ ਗਿਆ ਪਰ ਇਸਤਰੀ ਦਾ ਸੰਗ ਕੀਤਾ। ਪਰ ਨਾਰੀ ਕੇ ਭਜੇ ਚੰਦਰ ਕਾ ਲੰਕ ਲਗਾਏ, चंद्रमा कलंकित हो गया। पर नारी के हेत शीस दस शीस गवायो हो, पर नारी के हेत कटक कवर्ण को घायो। अकौरव पर नारी दा संग करना चाहते सी, द्रौपदी दा सब कुछ गवा बैठे, पांडव जित गए। रावण पर नारी दा संग करना चाहता सी, सीता जी नूं हथ पाया, 10 ਦੇ 10 ਸਿਰ ਵਢਾ ਬੈਠਿਆ। ਤੇ ਗੁਰਬਾਣੀ ਕਹਿੰਦੀ ਮੂਰਖ ਰਾਵਣ ਕਿਆ ਲੈ ਗਿਆ। ਇਹ ਸਜ਼ਾ ਹੈ ਪਰਾਈ ਨਾਰੀ ਦਾ ਸੰਗ ਕਰਨ ਦੀ। ਬਾਣੀ ਨੇ ਇੱਕ ਗੱਲ ਕਹੀ ਹੈ, ਸਾ ਕੁ ਸੁਧ ਸਾ ਕੁ ਲਖਣੀ, ਨਾਨਕ ਨਾਰੀ ਵਿੱਚ ਕੁਨਾਰ, ਪਿਰ ਕੀ ਸਾਰ ਨਾ ਜਾਣਈ ਦੂਜੇ ਭਾਏ ਪਿਆਰ। ਹੁਣ ਕੁਲੱਖਣੀ ਕੁਚੱਜੀ ਦਾ ਜ਼ਿਕਰ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਜੋ ਚਰਿਤਰਾਂ ਵਿੱਚ ਹੈ, ਵੇਸਵਾ ਦਾ। ਕਹਿੰਦੇ ਉਹ ਜਿਹੜੀ ਬਹੁਤਿਆਂ ਦਾ ਇਸਤਰੀ ਸੰਗ ਕਰਦੀ ਹੈ, ਮਹਾਰਾਜ ਕਹਿੰਦੇ ਉਹਦਾ ਜੀਵਨ
ਅਜਾਈਂ ਚਲਿਆ ਜਾਂਦਾ ਹੈ। ਉਹ ਫਿਰ ਵਾਰ-ਵਾਰ ਗਰਭ ਵਿੱਚ ਆਉਂਦੀ ਹੈ। ਉਹ ਕੁਲੱਖਣੀ ਹੈ, ਉਹ ਸੁਹਾਗਣ ਨਹੀਂ ਹੈ, ਉਹਦੀ ਵਡਿਆਈ ਨਹੀਂ ਹੋਵੇਗੀ। ਇੱਦਾਂ ਹੀ ਇਨਸਾਨ ਨੂੰ, ਮਨੁੱਖ ਨੂੰ ਸਮਝਾਉਂਦਿਆਂ ਮਰਦ ਬਾਬਤ ਆਖਣ ਲੱਗੇ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਬਸੈ ਨਰ ਹਰੀ। ਕਹਿੰਦੇ ਜਿਹੜਾ ਪਰਾਏ ਧਨ ਵੱਲ ਨਹੀਂ ਵੇਂਦਾ, ਕਿਸੇ ਦਾ ਹੱਕ ਨਹੀਂ ਖਾਂਦਾ ਤੇ ਪਰਾਏ ਤਨ ਨੂੰ ਨਹੀਂ ਭੋਗਦਾ, ਉਹਦੇ ਪਾਸ ਪ੍ਰਭੂ ਵਸਦਾ। ਜਿੱਥੇ ਪ੍ਰੇਮ ਹੈ, ਵਿਵਾਹ ਹੈ, ਉੱਥੇ ਸੰਗ ਕਰਨਾ ਜਾਇਜ਼। ਜਦੋਂ ਧੱਕੋ ਜ਼ੋਰੀ ਕਿਸੇ ਹੋਰ ਦਾ ਸੰਗ ਕਰਦਾ ਹੈ, ਕਹਿੰਦੇ ਉਹਦੇ ਨੇੜੇ ਨਰ ਹਰੀ ਨਹੀਂ ਵਸਦਾ, ਅਕਾਲ ਪੁਰਖ ਨਹੀਂ ਵਸਦਾ, ਉਹ ਤੋਂ ਦੂਰ ਹੋ ਜਾਂਦਾ ਹੈ। ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ, ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ, ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿਵੇਂ ਇਸਤਰੀ ਪਤੀ ਵਰਤਾ ਆਪਣੇ ਪਤੀ ਨਾਲ ਪ੍ਰੇਮ ਕਰਦੀ ਹੈ, ਪਤੀ ਆਪਣੀ ਇਸਤਰੀ ਨਾਲ ਪ੍ਰੇਮ ਕਰਦਾ ਹੈ, ਇੱਦਾਂ ਹੀ ਤੁਸੀਂ ਇੱਕ ਪਰਮਾਤਮਾ ਨਾਲ ਪ੍ਰੇਮ ਕਰਨਾ ਹੈ। ਦਵੈਸ਼ ਨਹੀਂ ਰੱਖਣੀ, ਕਿਸੇ ਹੋਰ ਨਾਲ ਪ੍ਰੇਮ ਨਹੀਂ ਕਰਨਾ, ਜੀਵਨ ਅਜਾਇਆਂ ਚਲਿਆ ਜਾਵੇਗਾ। ਸੋ ਇੱਥੇ ਮਹਾਰਾਜ ਨੇ ਪਤੀ ਵਰਤਾ ਹੋਣ ਦਾ ਧਰਮ ਕਿਵੇਂ ਨਿਭਾਉਣਾ ਹੈ ਤੇ ਕਿਵੇਂ ਮਰਦ ਨੇ ਆਪਣੀ ਇਸਤਰੀ ਪ੍ਰਤੀ ਜਤ ਸਤ ਰੱਖਣਾ ਹੈ, ਇਹਦੀ ਮਹਾਨਤਾ ਦਰਸਾਈ ਹੈ। ਔਰ ਨਾਲ ਇਹ ਵੀ ਕਹਿ ਦਿੱਤਾ, ਇੱਦਾਂ ਹੀ ਜੀਵ ਇਸਤਰੀ ਨੇ ਅਕਾਲ ਪੁਰਖ ਤੋਂ ਲਹਿਦਾ ਕਿਸੇ ਹੋਰ ਨੂੰ ਖਸਮ ਨਹੀਂ ਮੰਨਣਾ, ਧਿਆਉਣਾ ਨਹੀਂ ਹੈ। ਸੋ ਇੱਦਾਂ ਦੇ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨੇ, ਦਸਮ ਗ੍ਰੰਥ ਦੇ ਵਿੱਚ ਵੀ ਨੇ। ਹੁਣ ਆਪਣੇ ਖਾਲਸੇ ਪੁੱਤਰ ਨੂੰ ਪਾਤਸ਼ਾਹ ਕਾਮ ਦੇ ਵਿਸ਼ੇ ਤੇ ਵੀ ਸਮਝਾਉਂਦੇ ਨੇ। ਦੇਖੋ, ਜੇ ਲੋਭ ਮੋਹ ਹੰਕਾਰ ਦੇ ਵਿਸ਼ੇ ਦੇ ਸਮਝਾਉਣਾ ਹੈ ਤੇ ਉਹਨਾਂ ਵਿਸ਼ਿਆਂ ਤੇ ਗੱਲ ਕਰਨੀ ਪਵੇਗੀ। ਸੋ ਬੱਚਿਆਂ ਨੂੰ ਕਾਮ ਦੇ ਵਿਸ਼ੇ ਤੇ ਸਮਝਾਉਣਾ ਹੈ ਤੇ ਕਾਮ ਬਾਬਤ ਗੱਲ ਕਰਨੀ ਪੈਂਦੀ ਹੈ। ਸੋ ਗੁਰੂ ਪਾਤਸ਼ਾਹ ਨੇ ਐਸੀਆਂ ਕਹਾਣੀਆਂ ਲਿਖੀਆਂ ਨੇ ਸਾਨੂੰ ਸਮਝਾਉਣ ਦੇ ਲਈ। ਤੁਸੀਂ ਵਾਰ-ਵਾਰ ਜਦੋਂ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਦੇ ਹੋ, ਤੁਹਾਨੂੰ ਇੱਦਾਂ ਦਾ ਬੜਾ ਕੁਛ ਨਜ਼ਰ ਹੀ ਆ ਜਾਂਦਾ ਹੈ। ਇੱਕ ਹੋਰ ਵੀ ਕਾਰਨ ਸੀ ਖਾਲਸੇ ਨੂੰ ਕਾਮ ਤੋਂ ਸੁਚੇਤ ਕਰਨ ਦਾ। ਦਿੱਲੀ ਦੇ ਤਖਤ ਉੱਪਰ ਔਰੰਗਜ਼ੇਬ ਬਾਦਸ਼ਾਹ ਬੈਠਾ ਹੈ। ਭਾਰਤ ਵਰਸ਼ ਦੇ ਵਿੱਚ ਹੋਰ ਵੀ ਛੋਟੇ-ਛੋਟੇ ਰਾਜੇ ਰਜਵਾੜੇ ਨੇ। ਰਾਜੇ ਲੋਕ ਬਹੁਤੇ ਅਯਾਸ਼ ਹੁੰਦੇ ਸਨ, ਕਾਮੀ ਹੁੰਦੇ ਸਨ, ਵਿਕਾਰੀ ਹੁੰਦੇ ਸਨ, ਨਸ਼ਾ ਕਰਦੇ ਸਨ, ਸ਼ਰਾਬ ਤੇ ਹੁਸਨ ਦੇ ਵਿੱਚ ਮਸਤ ਰਹਿੰਦੇ ਸਨ। ਸ਼ਰਾਬ ਤੇ ਹੁਸਨ ਉਹਨਾਂ ਦੀ ਕਮਜ਼ੋਰੀ ਸੀ। ਸੋ ਇੱਕ ਰਾਜ ਭਾਗ ਨੂੰ ਖਤਮ ਕਰਨ ਲਈ ਦੂਸਰਾ ਰਾਜਾ ਸੁੰਦਰ ਔਰਤਾਂ ਨੂੰ ਭੇਜਦਾ ਸੀ, ਇਸਤੇਮਾਲ ਕਰਦਾ ਸੀ। ਔਰ ਕਾਮੀ ਰਾਜੇ ਔਰਤਾਂ ਦੇ ਗੁਲਾਮ ਹੋ ਕੇ ਭੇਦ ਦੇ ਬੈਠਦੇ ਸਨ, ਸੂਹ ਦੇ ਬੈਠਦੇ ਸਨ। ਔਰ ਉਹ ਰਾਜਾ ਜਦੋਂ ਮੈਦਾਨੇ ਜੰਗ ਵਿੱਚ ਜਾਂਦਾ ਸੀ, ਉਹਦੀ ਕਮਜ਼ੋਰੀ ਦੂਸਰੇ ਰਾਜੇ ਦੇ ਸਾਹਮਣੇ ਜ਼ਾਹਰ ਹੁੰਦੀ ਸੀ, ਮੈਦਾਨ ਹਾਰਦਾ ਸੀ, ਰਾਜ ਭਾਗ ਗਵਾ ਬੈਠਦਾ ਸੀ, ਜਾਨੀ ਨੁਕਸਾਨ ਵੀ ਕਈ ਵਾਰ ਹੋ ਜਾਂਦਾ ਸੀ। ਹੁਣ ਨਿਸ਼ਾਨੇ ਤੇ ਕੇਵਲ ਰਾਜਾ ਹੀ ਨਹੀਂ ਸੀ, ਵਜ਼ੀਰ ਵੀ ਸਨ, ਸਿਪਾਹੀ ਵੀ ਸਨ, ਕਿਉਂਕਿ ਹੁਸਨ ਸਭ ਫੌਜਾਂ ਦੀ ਕਮਜ਼ੋਰੀ ਰਿਹਾ ਹੈ। ਜਦੋਂ ਇੱਕ ਰਾਜਾ ਦੂਜੇ ਰਾਜੇ ਨੂੰ ਜਿੱਤਦਾ ਸੀ, ਉਹਦੀਆਂ ਇਸਤਰੀਆਂ ਧੱਕੋ ਜ਼ੋਰੀ ਲਿਆ ਕੇ ਪਾਪ ਕਰਦਾ ਸੀ। ਪਰ ਇੱਕ ਖਾਲਸਾ ਰਾਜ ਨੂੰ ਤੁਸੀਂ ਵੇਖੋ, ਰਾਜਾ ਰਣਜੀਤ ਸਿੰਘ ਦਾ ਰਾਜ, ਕੋਈ ਵੀ ਮੁਗਲਾਂ ਕੋਲੋਂ ਜੰਗ ਜਿੱਤਿਆ ਹੈ, ਇਸਤਰੀ ਨੂੰ ਹੱਥ ਨਹੀਂ ਲਾਇਆ, ਸ਼ਾਨੋ ਸ਼ੌਕਤ ਨਾਲ ਘਰ ਪਹੁੰਚਾਇਆ ਗਿਆ ਹੈ। ਇਖਲਾਕ ਦੇ, ਕਰੈਕਟਰ ਦੇ ਸਿੱਖ ਉੱਚੇ ਸਨ। ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਮੁਸੱਲੀ ਦਾ ਸੰਗ ਨਹੀਂ ਕਰਨਾ, ਗੈਰ ਇਸਤਰੀ ਨਾਲ ਧੱਕੋ ਜ਼ੋਰੀ ਨਹੀਂ ਕਰਨੀ। ਸੋ ਇਹ ਚਰਿੱਤਰ ਤਾਂ ਲਿਖੇ ਗਏ ਸਨ। ਇਸ ਗੱਲ ਦਾ ਖਿਆਲ ਰੱਖਿਓ, ਬੜੇ ਬੜੇ ਰਾਜੇ ਕਾਮ ਵਾਸ਼ਨਾ ਵਸ ਰਾਜ ਭਾਗ ਗਵਾ ਲੈਂਦੇ ਸੀ। ਕਲਗੀਧਰ ਕਹਿੰਦੇ, ਮੇਰੇ ਖਾਲਸੇ ਨੇ ਰਾਜ ਕਰਨਾ ਏ, ਕਿਤੇ ਕਾਮ ਦਾ ਸ਼ਿਕਾਰ ਨਾ ਬਣ ਜਾਵੇ, ਕਿਤੇ ਹੋਰਾਂ ਰਾਜਿਆਂ ਵਾਂਗੂ ਗੈਰਾਂ ਦੀ ਪੱਤ ਨਾ ਲੁੱਟੇ। ਐਸਾ ਰਾਜ ਚਾਹੀਦਾ ਹੈ ਜਿਹਦੀਆਂ ਉਦਾਹਰਨਾਂ ਦੁਨੀਆ ਦੇ ਅੰਦਰ ਦਿੱਤੀਆਂ ਜਾਣ। ਤੇ ਹੋਇਆ ਵੀ ਐਸਾ, ਸਭ ਸੁਖਾਲੀ ਉਠੀਆਂ ਇਹੋ ਹੋਆ ਹਲੇਮੀ ਰਾਜ ਜੀਓ। ਰਾਜਾ ਰਣਜੀਤ ਸਿੰਘ ਦਾ, ਖਾਲਸੇ ਦਾ ਰਾਜ ਐਸਾ ਸੀ, ਸਾਰਿਆਂ ਹੀ ਸੁਖ ਮਾਣਿਆ, ਕਿਸੇ ਨਾਲ ਧੱਕੋ ਜ਼ੋਰੀ ਨਾ ਹੋਈ। ਸੋ ਯਾਦ ਰੱਖਿਓ, ਮਹਾਰਾਜ ਕਹਿੰਦੇ ਹੁਸਨ ਦੇ ਸ਼ਿਕਾਰ ਨਹੀਂ ਹੋਣਾ। ਅਗਰ ਸ਼ਿਕਾਰ ਹੋ ਗਏ, ਜੀਵਨ ਅਜਾਈ ਜਾਵੇਗਾ। ਇਹਦਾ ਮਤਲਬ ਇਹ ਨਹੀਂ ਹੈ ਗੈਰ ਇਸਤਰੀ ਤੇ ਤੁਸੀਂ ਸ਼ੱਕ ਕਰਦੇ ਹੋ, ਡਾਊਟ ਕਰਦੇ ਹੋ, ਨਜ਼ਦੀਕ ਨਹੀਂ ਜਾਂਦੇ ਵੀ ਅਸੀਂ ਕਾਮ ਵਾਸ਼ਨਾ ਤੋਂ ਬਚਣਾ ਹੈ। ਇਹੀ ਸ਼ੱਕ ਦੀ ਨਜ਼ਰ ਨਾਲ ਤੁਸੀਂ ਘਰ ਵਾਲੀ ਨੂੰ ਵੇਖੋ, ਇਹ ਠੀਕ ਨਹੀਂ ਹੈ। ਗੈਰ ਨੂੰ ਗੈਰ ਸਮਝਣਾ ਹੈ, ਬਰਾਬਰ ਹੈ।
ਭੈਣ ਆਖੋ ਛੋਟੀ ਹੈ, ਧੀ ਆਖੋ ਵੱਡੀ ਹੈ, ਮਾਤਾ ਆਖੋ, ਪਰ ਨਾਰੀ ਧੀ ਭੈਣ ਵਖਾਣਾ ਹੈ। ਏਕਾ ਨਾਰੀ ਜਤੀ ਹੋਏ, ਪਰ ਆਪਣੀ ਇਸਤਰੀ ਦੇ ਨਾਲ ਪ੍ਰੇਮ ਰੱਖੋ। ਕੁਝ ਐਸੀ ਸਿੱਖਿਆ ਹੈ, ਕੁਝ ਐਸਾ ਸਮਝਾਇਆ ਹੈ ਆਪਣੇ ਖਾਲਸੇ ਨੂੰ, ਆਪਣੇ ਖਾਲਸਾ ਪੰਥ ਨੂੰ ਸੁਚੇਤ ਕੀਤਾ ਕਲਗੀਧਰ ਨੇ ਵੀ ਕਾਮ ਦੇ ਇਹ ਟੋਏ ਨੇ, ਇਹਨਾਂ ਦੇ ਵਿੱਚ ਤੁਸੀਂ ਡਿੱਗਣਾ ਨਹੀਂ ਹੈ। ਔਰ ਯਾਦ ਰੱਖਿਓ, ਨਿਜ ਬਲ ਦੇ ਨਾਲ ਬਚਿਆ ਨਹੀਂ ਜਾ ਸਕਦਾ। ਜੇ ਤੁਸੀਂ ਆਖੋ ਨਾ ਮੈਂ ਨਹੀਂ ਡੋਲਾਂਗਾ, ਕਾਮ ਕ੍ਰੋਧ ਲੋਭ ਤੋਂ ਬਚਾਂਗਾ, ਇਹ ਬੜਾ ਮੁਸ਼ਕਲ ਹੈ। ਨਿਜ ਬਲ ਵਰਤੋ, ਪਰ ਪਰਮਾਤਮ ਬਲ ਦਾ ਆਸਰਾ ਲਓ। ਪਰਮਾਤਮਾ ਮੇਰਾ ਮਨ ਡੋਲ ਜਾਂਦਾ ਹੈ ਰੰਗ ਰੂਪ ਵੇਖ ਕੇ, ਮੈਂ ਗੈਰਾਂ ਦੀ ਮਾਇਆ ਵੇਖ ਕੇ ਭਟਕ ਜਾਂਦਾ ਹਾਂ। ਮੁਰਦਾਰ ਖਾਣ ਨੂੰ ਦਿਲ ਕਰਦਾ ਹੈ, ਕਿਸੇ ਦਾ ਹੱਕ ਮਾਰਨ ਨੂੰ ਦਿਲ ਕਰਦਾ ਹੈ, ਕਿਸੇ ਦਾ ਸਰੀਰ ਭੋਗਣ ਨੂੰ ਦਿਲ ਕਰਦਾ ਏ। ਇੰਨੀ ਕੁ ਪਕੜ ਮੇਰੀ ਮੇਰੇ ਮਨ ਤੇ ਬਣ ਜਾਵੇ, ਮੈਂ ਇੱਧਰ ਉੱਧਰ ਝਾਤ ਨਾ ਮਾਰਾਂ, ਬੁਰੀ ਨਜ਼ਰ ਨਾ ਪਾਵਾਂ। ਇਹ ਤੇਰੀ ਕਿਰਪਾ ਹੋਵੇ ਤੇ ਮਨ ਕਾਬੂ ਵਿੱਚ ਆਵੇਗਾ। ਇਹ ਹੈ ਅੰਦਰੂਨੀ ਹਮਲੇ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਨ ਤੇ ਕਰਦੇ ਨੇ, ਉਹਨਾਂ ਤੋਂ ਬਚਣ ਲਈ ਅਕਾਲ ਪੁਰਖ ਅੱਗੇ ਬੇਨਤੀ ਕੀ ਕਹਿਣਾ ਹੈ, ਹਮਰੀ ਕਰੋ ਹਾਥ ਦੇ ਰੱਛਾ। ਇਦਾਂ ਹੀ ਪ੍ਰਤੱਖ ਬਾਹਰੀ ਦੁਸ਼ਮਣਾਂ ਤੋਂ ਬਚਣ ਦੇ ਲਈ ਦੁੱਲਾ ਦੇਵੀ ਦੇ ਵਾਂਗੂ ਅਕਾਲ ਪੁਰਖ ਨੂੰ ਧਿਆਉਣਾ ਹੈ, ਤੇ ਤੁਹਾਡੀ ਉਸ ਦੇਵੀ ਦੀ ਨਿਆਈ ਮਦਦ ਕਰੇਗਾ। ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰੋਗੇ, ਤੁਹਾਡੇ ਜੀਵਨ ਵਿੱਚੋਂ ਗੁਲਾਮੀ ਦੇ ਸੰਗਲ ਕੱਟੇ ਜਾਣਗੇ। ਸੋ ਐਸੀਆਂ ਉਦਾਹਰਨਾਂ ਪਾਤਸ਼ਾਹ ਨੇ ਦੀਨ ਦੁਨੀਆ ਦੇ ਮਾਲਕ ਨੇ ਪੇਸ਼ ਕੀਤੀਆਂ ਹਨ। ਹੁਣ ਮਹਾਰਾਜ ਬੇਨਤੀ ਦੇ ਤੌਰ ਤੇ ਇੱਥੇ ਸਿੱਖ ਜਗਤ ਨੂੰ ਫਰਮਾਨ ਕਰਦੇ ਨੇ, ਸਮਝਾਉਂਦੇ ਨੇ ਵੀ ਅਕਾਲ ਪੁਰਖ ਅੱਗੇ ਤੁਸੀਂ ਰੋਜ਼ ਹੀ ਬੇਨਤੀ ਕਰਨੀ, ਅਰਦਾਸ ਕਰਨੀ, ਰੋਗਾਂ ਸੋਗਾਂ ਤੋਂ, ਵਿਕਾਰਾਂ ਦੇ ਹਮਲੇ ਤੋਂ, ਪ੍ਰਤੱਖ ਦੁਸ਼ਮਣਾਂ ਤੋਂ ਸਾਡੀ ਰੱਖਿਆ ਕਰ। ਦਸਮ ਪਾਤਸ਼ਾਹ ਅੱਗੇ ਫਿਰ ਆਪਣੀ ਬੀਰ ਰਸੀ ਬੋਲੀ ਦੇ ਵਿੱਚ ਪੁਰਜ਼ੋਰ ਕਲਮ ਨਾਲ ਮੰਗਲ ਕਰਦੇ ਨੇ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ, ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਭਨਾਂ ਦਾ ਪ੍ਰਕਾਸ਼ਕ ਹੈ। ਸ੍ਰੀ ਉਹ ਸ਼੍ਰੋਮਣੀ ਹੈ, ਉਹ ਮਾਇਆ ਦਾ ਪਤੀ ਹੈ, ਉਹ ਸੁੰਦਰ ਹੈ। ਜਾਂ ਸ਼੍ਰੀ ਲਫ਼ਜ਼ ਆਪਾਂ ਕਿਸੇ ਨੂੰ ਆਦਰ ਦੇਣ ਦੇ ਲਈ ਆਦਰ ਬੋਧਕ ਸ਼ਬਦ ਵਜੋਂ ਵੀ ਵਰਤ ਲੈਂਦੇ ਆ। ਸ਼੍ਰੀਮਾਨ ਜੀ ਇਦਾਂ ਕਰਕੇ ਆਪਾਂ ਪੁਕਾਰ ਲੈਂਦੇ ਆ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਸਭ ਦਾ ਸ਼੍ਰੋਮਣੀ ਵਾਹਿਗੁਰੂ ਹੈ। ਉਹ ਵਾਹ ਰੂਪ ਹੈ, ਭਾਵ ਅਸਚਰਜ ਰੂਪ ਹੈ। ਉਸ ਦੀ ਮਾਇਆ ਨੂੰ ਵੇਖਦੇ ਹਾਂ, ਉਸ ਦੀ ਰਚੀ ਪ੍ਰਕਿਰਤੀ ਨੂੰ ਵੇਖਦੇ ਹਾਂ, ਉਸ ਦੀ ਇਸ ਮਹਾਨ ਰਚਨਾ ਨੂੰ ਵੇਖਦੇ ਹਾਂ, ਉਸ ਪਰਮਾਤਮਾ ਦੇ ਬੇਅੰਤ ਗੁਣਾਂ ਨੂੰ ਵੇਖਦੇ ਹਾਂ। ਉਹ ਜੋ ਜੋ ਸਾਡੇ ਤੇ ਅਹਿਸਾਨ ਕਰਦਾ ਹੈ, ਰਹਿਮ ਕਰਦਾ ਹੈ, ਰਹੀਮ ਹੈ, ਕਿਰਪਾ ਕਰਦਾ ਹੈ, ਕਿਰਪਾਲੂ ਹੈ, ਦਇਆ ਕਰਕੇ ਝੋਲੀ ਭਰਦਾ ਹੈ, ਦਿਆਲੂ ਹੈ। ਜਦੋਂ ਉਹਦੀ ਇਸ ਰਚਨਾ ਨੂੰ ਵੇਖਦੇ ਹਾਂ, ਉਹਦੇ ਗੁਣਾਂ ਨੂੰ ਵੇਖਦੇ ਹਾਂ, ਸਮਝਦੇ ਹਾਂ, ਤੇ ਮੂੰਹੋਂ ਕੀ ਨਿਕਲਦਾ ਹੈ, ਵਾਹ, ਅਸਚਰਜ ਰੂਪ ਹੈ। ਉਹਦੇ ਵਰਗਾ ਕੋਈ ਦੂਸਰਾ ਨਹੀਂ ਹੈ। ਮੱਲੋ ਮੱਲੀ ਮੂੰਹੋਂ ਵਾਹੋ ਵਾਹੋ ਨਿਕਲਦਾ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਨਾ, ਵਾਹੋ ਵਾਹੋ ਤਿਸ ਨੂੰ ਆਖੀ ਹੈ ਜੇ ਸਭ ਮੈਂ ਰਹਿਆ ਸਮਾਏ। ਅਸੀਂ ਇੱਕ ਜਗ੍ਹਾ ਮੌਜੂਦ ਰਹਿ ਸਕਦੇ ਹਾਂ, ਇੱਕ ਸਥਾਨ ਤੇ। ਅਕਾਲ ਪੁਰਖ ਹਰ ਜ਼ਰੇ ਵਿੱਚ ਮੌਜੂਦ ਹੈ, ਹਰ ਜ਼ਰੇ ਵਿੱਚ ਸਮਾਇਆ ਹੋਇਆ ਹੈ। ਉਹਦਾ ਐਸਾ ਅਸਚਰਜ ਰੂਪ ਦੇਖ ਕੇ ਹੀ ਕਹਿੰਦੇ ਹਾਂ ਵਾਹੋ ਵਾਹੋ ਤਿਸ ਨੂੰ ਆਖੀਐ ਜੇ ਦੇਂਦਾ ਰਿਜ਼ਕ ਸੰਭਾਹੇ। ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਰੋਜ਼ੀ ਦੇ ਰਿਹਾ ਹੈ, ਰੋਟੀ ਦੇ ਰਿਹਾ ਹੈ। ਕਲਗੀਧਰ ਜਿਵੇਂ ਜ਼ਫਰਨਾਮੇ 'ਚ ਕਹਿੰਦੇ ਨੇ, ਅਮਾ ਬਖਸ਼ੋ ਬਖਸ਼ਿੰਦ ਓ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਾਜ਼ੀਰ। ਉਹ ਦਸਤ ਫੜ ਕੇ, ਹੱਥ ਫੜ ਕੇ, ਗੀਰ ਫੜਨ ਵਾਲਾ ਅਕਾਲ ਪੁਰਖ ਸਭਨਾਂ ਨੂੰ ਰੋਜ਼ੀ ਰੋਟੀ ਦੇ ਰਿਹਾ ਹੈ, ਮਨ ਭਾਉਂਦੀਆਂ ਦਾਤਾਂ ਦੇ ਰਿਹਾ ਹੈ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਪੱਥਰਾਂ ਦੇ ਵਿੱਚ ਵੀ ਕਈ ਕੀੜੇ ਨੇ, ਉਹਨਾਂ ਤੱਕ ਵੀ ਭੋਜਨ ਪਹੁੰਚਾ ਦਿੰਦਾ। ਤੂੰ ਕਿਉਂ ਇੰਨਾ ਫਿਕਰ ਕਰਦਾ ਹੈ? ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ। ਫਿਕਰ ਨਾ ਕਰ ਕਹਿੰਦੇ। ਸੋ ਐਸੇ ਕੌਤਕ ਵੇਖ ਕੇ ਉਹਦੇ ਲਈ ਮੂੰਹੋਂ ਕੀ ਨਿਕਲਦਾ ਹੈ, ਨਾਨਕ ਵਾਹੋ ਵਾਹੋ ਇੱਕੋ ਕਰ ਸਾਲਾਹੀ ਹੈ ਜੇ ਸਤਿਗੁਰ ਦੀਆ ਦਿਖਾਏ। ਕਹਿੰਦੇ ਉਹ ਰੱਬ ਤੇ ਦਿਖਦਾ ਨਹੀਂ, ਕਹਿੰਦੇ ਜੇ ਸਤਿਗੁਰੂ ਦੀ ਕਿਰਪਾ ਹੋਵੇ ਤੇ ਅਸਚਰਜ ਰੂਪ ਪਰਮਾਤਮਾ ਨਜ਼ਰੀ ਆ ਜਾਂਦਾ ਹੈ। ਵਾਹ ਗੁਰੂ, ਗੂ ਤੋਂ ਭਾਵ ਹੈ ਅੰਧਕਾਰ, ਰੂ ਤੋਂ ਭਾਵ ਹੈ ਪ੍ਰਕਾਸ਼। ਜੋ ਅੰਧਕਾਰ ਨੂੰ, ਅਗਿਆਨ ਨੂੰ ਮਿਟਾਉਂਦਾ ਹੈ, ਪ੍ਰਕਾਸ਼ ਬਖਸ਼ਦਾ ਹੈ। ਜਿੱਥੇ ਗੂੜ ਹਨੇਰਾ ਹੋਵੇ ਦੀਵਾ ਬਾਲ ਦੋ ਤੇ ਪ੍ਰਕਾਸ਼ ਹੁੰਦਾ ਹੈ।
ਇਉਂ ਅਗਿਆਨ ਨਾਲ ਭਰੀ ਸਾਡੀ ਸੁਰਤੀ ਦੇ ਅੰਦਰ ਜਦੋਂ ਬਾਣੀ ਦਾ ਗਿਆਨ ਦੀਵਾ ਬਣ ਕੇ ਜਗਦਾ ਹੈ, ਅਗਿਆਨ ਮਿਟ ਜਾਂਦਾ ਹੈ। ਅੱਗੇ ਲਫ਼ਜ਼ ਹੈ ਜੀ ਕੀ ਫਤਿਹ। ਜੀ ਆਦਰ ਬੋਧਕ ਲਫ਼ਜ਼ ਹੈ ਤੇ ਫਤਿਹ ਇਹ ਅਰਬੀ ਦਾ ਲਫ਼ਜ਼ ਹੈ, ਵਿਜੇ, ਜਿੱਤ, ਜੋ ਕਦੇ ਹਾਰਦਾ ਨਹੀਂ ਹੈ। ਖਾਲਸਾ ਪੰਥ ਨੂੰ ਸੁਰਜੀਤ ਕੀਤਾ, ਮੁਰਦਿਆਂ ਵਿੱਚ ਰੂਹ ਫੂੰਕ ਕੇ ਵੀਰ ਰਸ ਪੈਦਾ ਕੀਤਾ ਤੇ ਐਸੇ ਭਾਰੇ ਭਾਰੇ ਬੋਲ ਬਖਸ਼ੇ। ਇਹੋ ਜਿਹੇ ਜਿਹੜੇ ਬਾਣੀ ਦੇ ਮੰਗਲ ਨੇ ਨਾ ਦਸਮ ਗ੍ਰੰਥ ਦੇ, ਇਹਨਾਂ ਤੋਂ ਹੀ ਸਾਡੀ ਫਤਿਹ ਬਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਇਸ ਮੰਗਲ ਚੋਂ ਲੈ ਲਿਆ ਵਾਹਿਗੁਰੂ ਜੀ ਕੀ ਫਤਿਹ। ਹੁਣ ਇੱਥੇ ਖਾਲਸਾ ਲਫ਼ਜ਼ ਕਿੱਥੋਂ ਲਿਆ ਹੈ? ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਾ ਖਾਲਸ ਜਾਣੈ। ਖਾਲਸ ਨਿਰੋਲ, ਵਿਕਾਰਾਂ ਤੋਂ ਰਹਿਤ, ਉਪਰਾਮਤਾ ਹਾਸਲ ਉਸ ਬੁਲੰਦ ਹਸਤੀ ਲਈ ਵਰਤਿਆ ਹੈ ਜਿਹੜਾ ਉਪਰਾਮ ਹੋ ਗਿਆ ਹੋਵੇ, ਮੋਹ ਮਾਇਆ ਤੋਂ ਉੱਠਿਆ ਹੋਵੇ। ਸੋ ਇਉਂ ਸਾਡੀ ਫਤਿਹ ਬਣੀ ਹੈ ਸਿੱਖਾ। ਅੱਗੇ ਕਹਿੰਦੇ ਨੇ ਵਾਹਿਗੁਰੂ ਤੇਰੀ ਸਦਾ ਹੀ ਫਤਿਹ ਹੈ, ਤੂੰ ਕਦੇ ਵੀ ਹਾਰਦਾ ਨਹੀਂ ਹੈ। ਹਾਰ ਜਿੱਤ ਮਨੁੱਖ ਦੀ ਹੈ, ਅਕਾਲ ਪੁਰਖ ਕਿਸੇ ਤੋਂ ਹਾਰਦਾ ਨਹੀਂ, ਸਦਾ ਹੀ ਜਿੱਤਦਾ ਹੈ। ਪਾਤਸ਼ਾਹੀ ਦਸਵੀਂ, ਪਾਤ ਕਹਿੰਦੇ ਨੇ ਤਖਤ ਨੂੰ ਫਾਰਸੀ ਦੇ ਵਿੱਚ, ਸ਼ਾਹੀ, ਸ਼ਾਹ, ਮਾਲਕ, ਸੁਲਤਾਨ, ਜੋ ਤਖਤ ਦਾ ਮਾਲਕ ਹੈ। ਅਕਾਲ ਪੁਰਖ ਦੇ ਅਗੰਮੀ, ਅਜ਼ਮਤੀ, ਨੂਰਾਨੀ ਮੁਜਸਮੇ ਦਾ ਮਾਲਕ, ਉਹਦੀ ਅਗੰਮੀ ਜੋਤ ਦਾ ਵਾਲੀ, 10ਵਾਂ ਮਹੱਲ ਗੁਰੂ ਗੋਬਿੰਦ ਸਿੰਘ, ਜਿੱਥੇ ਗੁਰੂ ਨਾਨਕ ਦੀ ਅਕਾਲ ਪੁਰਖ ਦੀ ਜੋਤ ਸਮਾਈ ਹੈ। ਉਹ ਪਾਤਸ਼ਾਹ ਹੈ ਕੁੱਲ ਕਾਇਨਾਤ ਦਾ। ਕਬਿਓ ਬਾਚ ਬੇਨਤੀ ਚੌਪਈ। ਕਬਿਓ ਬਾਚ ਦਾ ਭਾਵ ਹੈ ਗੁਰੂ ਸਾਹਿਬ ਇੱਕ ਨਿਰਮਾਣਤਾ ਵਿੱਚ ਆ ਕੇ ਕਵੀ ਬਣ ਕੇ ਗਲੂਏ ਮੁਬਾਰਕ ਤੋਂ ਉਚਾਰਨ ਕਰਦੇ ਨੇ। ਕੀ ਉਚਾਰਦੇ ਨੇ? ਬੇਨਤੀ। ਅਕਾਲ ਪੁਰਖ ਅੱਗੇ ਅਰਦਾਸ ਕਰਦੇ ਨੇ, ਰੋਗਾਂ ਤੋਂ, ਸੋਗਾਂ ਤੋਂ, ਵਿਕਾਰਾਂ ਤੋਂ ਰੱਖਣਾ ਕਰ। ਐਸਾ ਉਹ ਬਚਨ ਕਰਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਆਪਣੇ ਆਪ ਨੂੰ ਅਕਾਲ ਪੁਰਖ ਦਾ ਢਾਡੀ ਕਹਿ ਕੇ ਪੁਕਾਰਿਆ ਹੈ, ਕਵੀ ਕਹਿ ਕੇ ਪੁਕਾਰਿਆ। ਨਿਰਮਾਣਤਾ ਦੇ ਵਿੱਚ ਉਹ ਬੋਲੇ ਨੇ, ਹਉ ਢਾਡੀ ਕਾ ਨੀਚ ਜਾਤ। ਆਪਣੇ ਆਪ ਨੂੰ ਨਿਰਮਾਣ ਕਿਹਾ ਹੈ ਅਕਾਲ ਪੁਰਖ। ਤੇਰੇ ਗੁਣ ਗਾਉਂਦਾ ਹਾਂ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ। ਗਿਆਨ ਵੇਲਾ ਲੋ, ਤੇਰੇ ਹੁਕਮ ਵਿੱਚ ਜਿਹੜੀ ਬਾਣੀ ਆਉਂਦੀ ਹੈ, ਕਵੀ ਬਣ ਕੇ ਮੈਂ ਉਹ ਗਾਉਂਦਾ ਹਾਂ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਬਾਣੀ ਗਾਉਂਦੇ ਨੇ। ਇੱਥੇ ਲਫ਼ਜ਼ ਹੈ ਚੌਪਈ, ਚਤੁਸ਼ਪਦੀ, ਇੱਕ ਮਾਤਰਕ ਛੰਦ ਹੈ ਜਿਸ ਦਾ ਲੱਛਣ ਹੈ 4 ਚਰਨ ਨੇ, ਪ੍ਰਤੀ ਚਰਨ 15 ਮਾਤਰਾ ਨੇ। ਪਹਿਲਾ ਵਿਸ਼ਰਾਮ 8 ਤੇ ਹੈ, ਦੂਸਰਾ ਜਿਹੜਾ ਵਿਸ਼ਰਾਮ ਹੈ 7 ਤੇ ਹੈ, ਤੇ ਅੰਤ ਗੁਰੂ ਲਘੂ ਤੇ ਹੈ। ਭਾਵ ਉਹ ਛੰਦ ਜਿਹਦੇ 4-4 ਪਦੇ ਨੇ, 4-4 ਪੰਕਤੀਆਂ ਨੇ। ਇਹ ਖਾਸ ਬਾਣੀ ਨੂੰ ਚੌਪਈ ਸਾਹਿਬ ਤਾਂ ਕਹਿੰਦੇ ਹਾਂ, ਚੌਪਈ ਛੰਦ ਦੇ ਵਿੱਚ ਇਹ ਬੋਲ ਰਚੇ ਗਏ ਨੇ। ਸੋ ਇਹਦੀਆਂ ਹੋਰ ਵੀ ਉਦਾਹਰਨਾਂ ਆਪਾਂ ਨੂੰ ਬਾਣੀ ਵਿੱਚ ਮਿਲ ਜਾਂਦੀਆਂ ਨੇ ਇਸ ਛੰਦ ਬਾਬਤ। ਸੋ ਖੈਰ, ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਪਾਕ ਬਾਣੀ ਉਚਾਰਦੇ ਨੇ। ਔਰ ਇਹਦੀ ਜਿਹੜੀ ਦਸਮ ਗ੍ਰੰਥ ਦੇ ਅੰਦਰ ਪਾਕ ਅੰਗ ਦੇ ਉੱਤੇ ਸੁਸ਼ੋਭਿਤ ਹੋਣ ਦੀ ਜਗ੍ਹਾ ਹੈ ਨਾ, ਉਹ ਹੈ 1386 ਅੰਗ। ਸੋ ਇਹ ਪਾਕ ਬਾਣੀ ਰੱਖਿਆ ਦੇ ਲਈ ਹੈ। ਕੱਲ ਨੂੰ ਇਸ ਬਾਣੀ ਦੀ ਜੋ ਅਗੰਮੀ ਵਿਚਾਰ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਝੋਲੀ ਪਾਈ ਹੈ, ਉਸ ਦਾ ਆਗਾਜ਼ ਹੋਵੇਗਾ। ਔਰ ਇਹਦੀ ਡੇਟ ਵੀ ਮਹਾਰਾਜ ਨੇ ਸਾਫ਼ ਲਿਖੀ ਹੈ, ਭਾਦਰਵ ਸੁਦੀ ਅਸ਼ਟਮੀ ਰਵ 12, ਐਤਵਾਰ ਹੈ। ਭਾਦੋਂ ਸੁਦੀ ਅਸ਼ਟਮੀ ਹੈ, 8ਵੀਂ ਹੈ। ਤੀਰ ਸਤੁਦਰਵ ਗ੍ਰੰਥ ਸੁਧਾਰਾ, ਸਤਲੁਜ ਦੇ ਕੰਢੇ ਗ੍ਰੰਥ ਨੂੰ ਸੁਧਾਰਨਾ ਕੀਤਾ ਹੈ। ਚੌਪਈ ਲਿਖੀ ਹੈ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਭੰਬੋਰ ਸਾਹਿਬ ਬਣਿਆ ਹੋਇਆ ਹੈ, ਉੱਥੇ ਇਹ ਪਾਕ ਬਾਣੀ ਪਾਤਸ਼ਾਹ ਨੇ ਉਚਾਰਨ ਕੀਤੀ ਹੈ। 1753 ਬਿਕਰਮੀ ਸੰਮਤ। ਫਿਰ ਧਿਆਨ ਦਿਓ, ਸੰਮਤ 17 ਸਹਿਸ ਭਣਿਜੈ। 17 ਨੂੰ 100 ਨਾਲ ਮਲਟੀਪਲਾਈ ਕਰੋ, 1700 ਅਰਧ ਸਹਿਸ, 100 ਨੂੰ ਅੱਧ ਵਿੱਚ ਲੈ ਆਓ, 50 ਰਹਿ ਗਏ। 1750 ਫੁਨ 3 ਕਹਿਜਾ, 3 ਨੂੰ ਐਡ ਕਰ ਲਵੋ। 1753 ਬਿਕਰਮੀ ਸੰਮਤ ਵਿੱਚ ਇਹ ਬਾਣੀ ਲਿਖੀ। 1756 ਬਿਕਰਮੀ ਸੰਮਤ ਵਿੱਚ ਅੰਮ੍ਰਿਤ ਸੰਚਾਰ ਹੋਇਆ। 3 ਸਾਲ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਲਿਖੀ ਹੈ ਜੀ। ਇਸ ਵਿਚਾਰ ਨੂੰ ਹਿਰਦੇ 'ਚ ਟਿਕਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ।